सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ I'm going to be talking about some financial matters, economic news, जो कि यूनाइटेड स्टेट्स ਦੇ ਵਿੱਚ ਤਰਥੱਲੀ ਮਚਾ ਰਹੀ ਹੈ ਪਿਛਲੇ ਕੁਝ ਹਫ਼ਤਿਆਂ ਤੋਂ। ਸ਼ਾਇਦ ਤੁਸੀਂ ਇਹ ਨਿਊਜ਼ ਸੁਣੀ ਹੋਣੀ ਹੈ, ਨਹੀਂ ਸੁਣੀ ਹੋਣੀ, ਫੋਲੋ ਕਰ ਰਹੇ ਹੋ ਨਹੀਂ ਕਰ ਰਹੇ ਹੋ, ਬਟ ਅੱਜ ਡੀਟੇਲ ਦੇ ਵਿੱਚ ਇਹਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਕੋਜ਼ ਇਹ ਤੁਹਾਨੂੰ ਡੈਫੀਨਿਟਲੀ ਇੰਪੈਕਟ ਕਰਦੀ ਹੈ, ਖਾਸ ਕਰਕੇ ਤੁਹਾਡੇ ਬੈਂਕ ਅਕਾਊਂਟ ਨੂੰ। ਆਈ ਐਮ ਟਾਕਿੰਗ ਅਬਾਊਟ ਦੀ ਡੈਟ ਸੀਲਿੰਗ ਕ੍ਰਾਈਸਿਸ। ਸ਼ਾਇਦ ਤੁਸੀਂ ਅਗਰ ਇਹ ਸਟੋਰੀ ਫੋਲੋ ਕਰ ਰਹੇ ਹੋ, ਤੁਸੀਂ ਸੁਣਿਆ ਹੋਣਾ ਹੈ that debt ceiling ਨੂੰ ਉਠਾਉਣ ਦੇ ਕਾਰਨ ਰਿਪਬਲਿਕਨਸ ਤੇ ਡੈਮੋਕ੍ਰੈਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਸਕੋਰਡ ਕਨਫਲਿਕਟ ਇਸ ਵੇਲੇ ਹੋ ਰਹੀ ਹੈ। ਐਂਡ the big question is that most people don't understand ਕਿ ਇਹ ਡੈਟ ਸੀਲਿੰਗ ਹੈਗੀ ਕੀ, ਕਿਉਂ ਇਹਨੂੰ ਰੇਜ਼ ਕਰਨ ਦੇ ਉੱਤੇ ਰਿਪਬਲਿਕਨਸ ਡੈਮੋਕ੍ਰੈਟਸ ਨਾਲ ਫਾਈਟ ਕਰ ਰਹੇ ਹਨ। ਜਿੱਥੇ ਰਿਪਬਲਿਕਨਸ ਦਾ ਕਹਿਣਾ ਹੈ ਕਿ ਦੇਖੋ ਜੀ, ਅਗਰ ਡੈਮੋਕ੍ਰੈਟਸ ਜੋ ਕਿ ਸਾਰੇ ਹਾਊਸਿਸ ਕੰਟਰੋਲ ਕਰਦੇ ਆ, ਸੈਨੇਟ, ਕਾਂਗਰਸ ਐਂਡ ਦੀ ਐਗਜ਼ੀਕਿਊਟਿਵ ਬ੍ਰਾਂਚ, ਦ ਵਾਈਟ ਹਾਊਸ, ਅਗਰ ਉਹਨਾਂ ਦੇ ਕੋਲ ਇੰਨੀ ਮੈਜੋਰਿਟੀ ਹੈਗੀ ਐਂਡ ਉਹ ਫਿਰ ਵੀ ਜੋ ਕਰਨਾ ਚਾਹੁੰਦੇ ਨਹੀਂ ਕਰ ਸਕਦੇ, ਉਹ ਸਾਡੀ ਪ੍ਰੋਬਲਮ ਨਹੀਂ ਹੈਗੀ ਕਿ ਇਹ ਹੁਣ ਡੈਮੋਕ੍ਰੈਟਿਕ ਗਵਰਨਮੈਂਟ ਹੈ ਤੇ ਡੈਮੋਕ੍ਰੈਟਸ ਇਸ ਚੀਜ਼ ਨੂੰ ਫਿਗਰ ਆਊਟ ਕਰਨ। ਤੇ ਡੈਮੋਕ੍ਰੈਟਸ ਕਹਿ ਰਹੇ ਹੈ ਕਿ ਅਸੀਂ ਡੈਟ ਸੀਲਿੰਗ ਅਕੇਲੇ ਨਹੀਂ ਰੇਜ਼ ਕਰ ਸਕਦੇ, ਕਿ ਇੱਥੇ ਦੀ ਜੋ ਗਵਰਨਮੈਂਟ ਹੈਗੀ, it needs to work together to do any big work like this। and ਜੋ ਇਹ ਡੈਟ ਹੈਗੀ, ਇਹ ਤਾਂ ਰਿਪਬਲਿਕਨ ਐਡਮਿਨਿਸਟ੍ਰੇਸ਼ਨ, ਪਿਛਲੇ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਤੋਂ ਚੜੀ ਹੋਈ ਹੈ ਕਿ ਸਾਡੇ ਪੱਲੇ ਨਾ ਇਸ ਡੈਟ ਨੂੰ ਤੁਸੀਂ ਪਾਓ, ਦੈਟ ਇਸ ਡੈਟ ਦੇ ਜ਼ਿੰਮੇਵਾਰ ਰਿਪਬਲਿਕਨਸ ਹਨ ਤੇ ਪ੍ਰੈਜ਼ੀਡੈਂਟ ਟਰੰਪ ਹਨ। ਸੋ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਕੁਐਸਚਨਸ ਤੇ ਕੰਸਰਨਸ ਹੋ ਰਹੇ ਹੈ। ਆਈ ਵਾਂਟ ਟੂ ਮੈਂਸ਼ਨ ਹੇਅਰ ਕਿ ਇਹ ਜੋ ਡੈਟ ਸੀਲਿੰਗ ਹੈਗੀ, ਇਹਦੀ ਡੀਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਹੁੰਦੀ ਹੈ, ਕਿਉਂ ਹੁੰਦੀ ਹੈ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਇੰਪੈਕਟ ਕਰਦੀ ਹੈ। ਬਟ ਮੋਰ ਇੰਪੋਰਟੈਂਟਲੀ ਵਾਟ ਯੂ ਨੀਡ ਟੂ ਨੋ ਇਜ਼ ਇਸ ਮੁਲਕ ਦੀ ਪੂਰੀ ਹਿਸਟਰੀ ਦੇ ਵਿੱਚ ਕਦੀ ਵੀ ਯੂਨਾਈਟਿਡ ਸਟੇਟਸ ਆਪਣੇ ਡੈਟਸ ਤੇ ਡਿਫਾਲਟ ਨਹੀਂ ਕੀਤੇ। ਐਂਡ ਅੱਜ ਇਹ ਸਵਾਲ ਉੱਠ ਰਿਹਾ ਹੈ ਕਿ ਯੂਨਾਈਟਿਡ ਸਟੇਟਸ ਨੂੰ ਡਿਫਾਲਟਰ ਬਣਨਾ ਪਊਗਾ। ਥਿੰਕ ਅਬਾਊਟ ਇਟ ਲਾਈਕ ਦਿਸ, ਸਿੰਪਲ ਐਕਸਪਲੇਨੇਸ਼ਨ ਇਹੀ ਹੈਗੀ, ਤੁਸੀਂ ਕਈ ਦੋਸਤਾਂ ਦੇ ਨਾਲ ਖਾਣ ਪੀਣ ਲਈ ਜਾਂਦੇ ਹੋ, ਵੱਡਾ ਜਿਹਾ ਬਿੱਲ ਬਣ ਜਾਂਦਾ ਹੈ ਰੈਸਟੋਰੈਂਟ ਤੇ, ਐਂਡ ਜਦੋਂ ਬਿੱਲ ਨੂੰ ਪੇ ਕਰਨ ਦਾ ਟਾਈਮ ਆਉਂਦਾ ਹੈ, ਤੁਹਾਡੇ ਸਾਰੇ ਦੋਸਤ ਨੱਠ ਜਾਂਦੇ ਹੈ ਤੇ ਤੁਹਾਡੇ ਸਿਰ ਉਹ ਬਿੱਲ ਸੌਂਪ ਜਾਂਦੇ ਹੈ। ਭਾਵੇਂ ਉਹ ਬਿੱਲ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹ ਤੁਹਾਡੇ ਸਿਰ ਸੌਂਪ ਜਾਂਦੇ। ਸੋ ਦਿਸ ਇਜ਼ ਕਾਈਂਡ ਆਫ ਵਾਟਸ ਹੈਪਨਿੰਗ। ਡੈਮੋਕ੍ਰੈਟਸ ਕਹਿ ਰਹੇ ਕਿ ਇਹ ਬਿੱਲ ਤਾਂ ਸਾਡਾ ਹੈਗਾ ਵੀ ਨਹੀਂ, ਅਸੀਂ ਤਾਂ ਉਹ ਖਾਣਾ ਵੀ ਨਹੀਂ ਖਾਦਾ। ਡੈਮੋਕ੍ਰੈਟਸ ਕਹਿ ਰਹੇ ਕਿ ਰਿਪਬਲਿਕਨਸ ਦਾ ਬਿੱਲ ਹੈ, ਤੁਸੀਂ ਸਾਡੇ ਪੱਲੇ ਬਿੱਲ ਪਾ ਗਏ ਹੋ ਕਿ ਇਸ ਜੋ ਡੈਟ ਸੀਲਿੰਗ ਹੈਗੀ, ਜੋ ਲਿਮਿਟ ਹੁੰਦੀ ਹੈ ਕਿ ਕਿੰਨਾ ਕੁ ਡੈਟ ਯੂਨਾਈਟਿਡ ਸਟੇਟਸ ਲੈ ਸਕਦਾ ਹੈ, ਉਸ ਚੀਜ਼ ਨੂੰ ਰੇਜ਼ ਕਰਨ ਲਈ ਅੱਜ ਲੋੜ ਹੈਗੀ, ਵੋਟਾਂ ਦੀ ਲੋੜ ਹੈ ਐਂਡ ਕੰਸੈਂਸਸ ਦੀ ਲੋੜ ਹੈ। ਐਂਡ ਇਸ ਚੀਜ਼ ਦੇ ਵਿੱਚ ਰਿਪਬਲਿਕਨਸ ਡੈਮੋਕ੍ਰੈਟਸ ਦੋਨਾਂ ਦੀ ਟੂਗੈਦਰ ਕੰਮ ਕਰਨ ਦੀ ਲੋੜ ਹੈਗੀ। ਸੋ ਇਸ ਚੀਜ਼ ਨੂੰ ਲੈ ਕੇ ਇਹ ਬਹੁਤ ਵੱਡੀ ਕ੍ਰਾਈਸਿਸ ਬਣੀ ਹੋਈ ਹੈ ਬਿਕਾਜ਼ ਇਹ ਯੂਨਾਈਟਿਡ ਸਟੇਟਸ ਦੀ ਹਿਸਟਰੀ ਵਿੱਚ ਕਦੀ ਪਹਿਲੇ नहीं होया कि यूनाइटेड स्टेट्स डिफॉल्ट किया है अपने डेट्स से। बिकॉज नॉर्मली जो इहो जिहा मुकाम ते पहुँचते डेट सीलिंग नू ਚੱਕਿਆ ਜਾਂਦਾ, ਰੇਜ਼ ਕੀਤਾ ਜਾਂਦਾ ਹੈ। ਬਟ ਅੱਜ ਇਸ ਸੀਲਿੰਗ ਨੂੰ ਰੇਜ਼ ਕਰਨ ਦੇ ਸਵਾਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਲਓ ਨਾ ਕਿ ਸਿਰਫ ਆਨਬੀਨ ਹੋ ਰਹੀ ਹੈ ਬਟ ਕੰਸਰਨ ਪੈਦਾ ਹੋ ਰਿਹਾ ਹੈ। ਜੈਨੇਟ ਯੈਲਨ ਫਰਮ ਦ ਫੈਡ ਹੈਜ਼ ਸੈਡ ਕਿ ਅਗਰ ਇਹ ਕ੍ਰਾਈਸਿਸ ਨੂੰ ਨਹੀਂ ਅਵਰਟ ਕੀਤਾ ਜਾਂਦਾ, ਅਗਰ ਡੈਟ ਸੀਲਿੰਗ ਨੂੰ ਨਹੀਂ ਰੇਜ਼ ਕੀਤਾ ਜਾਂਦਾ, ਕਿ ਜੋ ਯੂਨਾਈਟਿਡ ਸਟੇਟਸ ਦੀ ਅਗਰ ਡਿਫਾਲਟ ਦੀ ਪੋਜੀਸ਼ਨ ਆ ਜਾਂਦੀ ਹੈ, ਨਾ ਕਿ ਸਿਰਫ ਇੱਕ ਗ੍ਰੇਟ ਰਿਸੈਸ਼ਨ ਇੱਕ ਵਾਰੀ ਫਿਰ ਟ੍ਰਿਗਰ ਹੋ ਸਕਦਾ ਹੈ ਜਿਸ ਤਰ੍ਹਾਂ 2008 ਦੇ ਵਿੱਚ ਹੋਇਆ ਸੀ, ਬਟ ਇਟ ਕੁਡ ਬੀ ਵਰਸ ਦੈਨ 2008 ਬਿਕਾਜ਼ ਇਸ ਵਾਰੀ ਇਹ ਗਲੋਬਲ ਕੌਨਸੀਕੁਐਂਸਿਸ ਹੋਰ ਵੀ ਵਰਸ ਹੋਣਗੀਆਂ ਬਿਕਾਜ਼ ਆਫ ਕੋਵਿਡ। ਕਿ ਦੁਨੀਆ ਦੇ ਵਿੱਚ ਆਲਰੇਡੀ ਇਕਨੋਮਿਕ ਇੰਪੈਕਟ ਇੰਨਾ ਮਾੜਾ ਕੋਵਿਡ ਨੂੰ ਲੈ ਕੇ ਹੋਇਆ ਕਿ ਅਗਰ ਡੈਟ ਸੀਲਿੰਗ ਨਹੀਂ ਰੇਜ਼ ਹੁੰਦੀ, ਇੱਕ ਨਵਾਂ ਰਿਸੈਸ਼ਨ ਆ ਸਕਦਾ ਹੈ ਜੋ ਕਿ ਹੋਰ ਵੀ ਵਰਸ ਹੋਏਗਾ ਦੈਨ 2008। ਸੋ ਹਾਊ ਡੂ ਆਲ ਆਫ ਥੀਸ ਥਿੰਗਸ ਅਫੈਕਟ ਯੂ, ਤੁਹਾਡੀ ਇਨਵੈਸਟਮੈਂਟਸ, ਉਹਦਾ ਬੈਂਕ ਅਕਾਊਂਟ, ਤੇ ਅਗਰ ਯੂਨਾਈਟਿਡ ਸਟੇਟਸ ਦੇ ਵਿੱਚ ਡੈਟ ਸੀਲਿੰਗ ਨਹੀਂ ਰੇਜ਼ ਹੁੰਦੀ, ਕਿਸ ਬਿਲਸ ਨੂੰ ਨਹੀਂ ਯੂਐਸ ਪੇ ਕਰ ਪਾਏਗੀ। ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਸਾਡੇ ਗੈਸਟ ਸਾਨੂੰ ਜੁਆਇਨ ਕਰਕੇ ਸਾਰੀ ਜਾਣਕਾਰੀ ਪ੍ਰੋਵਾਈਡ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ।
ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਡੈਟ ਸੀਲਿੰਗ ਕ੍ਰਾਈਸਿਸ ਨੂੰ ਲੈ ਕੇ ਕਿ ਇਸ ਕੰਟਰੀ ਦੇ ਜੋ ਬਿੱਲ ਹਨ ਉਹਨਾਂ ਨੂੰ ਕੌਣ ਪੇ ਕਰੇਗਾ ਬਟ ਦ ਬਿਗਰ ਕੁਐਸਚਨ ਇਜ਼ ਕਿ ਇਹ ਬਿੱਲ ਚੜ੍ਹਾਇਆ ਕਿੰਨੇ ਮੈਂ ਤੁਹਾਨੂੰ ਰੈਸਟੋਰੈਂਟ ਦੀ ਐਗਜ਼ਾਮਪਲ ਪਹਿਲੇ ਦੇ ਰਹੀ ਸੀ ਕਿ ਤੁਸੀਂ ਰੈਸਟੋਰੈਂਟ ਜਾਂਦੇ ਹੋ ਦੋਸਤਾਂ ਦੇ ਨਾਲ 10 ਜਾਣੇ ਖੂਬ ਵੱਡਾ ਬਿੱਲ ਤੁਸੀਂ ਕਰ ਲੈਂਦੇ ਹੋ ਡਰਿੰਕਸ ਫੂਡ ਐਵਰੀਥਿੰਗ ਉਸ ਤੋਂ ਬਾਅਦ ਜਦੋਂ ਬਿੱਲ ਨੂੰ ਪੇ ਕਰਨ ਦਾ ਟਾਈਮ ਆਉਂਦਾ ਤੁਹਾਡੇ 9 ਦੋਸਤ ਦੌੜ ਜਾਂਦੇ ਤੇ ਉਹ ਬਿੱਲ ਤੁਹਾਡੇ ਸਿਰ ਪਾ ਜਾਂਦੇ ਦੈਟਸ ਕਾਈਂਡ ਆਫ what situation is will Democrats face kar rahe in terms of the United States debts, right? But it काफी complicated subject हैगा even though ਇਹਦੇ जो consequences ਹਨ they're pretty simple ਤੁਹਾਨੂੰ ਕਿਸ ਤਰ੍ਹਾਂ ਇਹ consequences affect ਕਰਨਗੇ financially ਤੇ ਕੀ bills country ਦੇ ਨਹੀਂ pay ਹੋਣਗੇ ਅਗਰ ਇਹ debt ceiling ਨੂੰ ਨਹੀਂ raise ਕੀਤਾ ਜਾਂਦਾ ਹੁਣ ਸਾਰੀ ਚੀਜ਼ਾਂ ਦੀ ਗੱਲ ਕਰਨ ਲਈ ਸਾਨੂੰ ਇਹ ਥੋੜੀ ਜਿਹੀ simplify ਕਰਨ ਲਈ ਇਸ complex crisis ਨੂੰ ਸਾਨੂੰ join ਕਰੇ one of our फाइनैशियल एक्सपर्ट्स जो कि मैनू बहुत वधिया लगता है जो भी ये साडे लई टाइम कढदे प्लीज़ जॉइन मी इन वेलकमिंग फ्रॉम कैलिफोर्निया निर्मल मान निर्मल जी सब तो पहले तुहाडा प्रोग्राम दे विच स्वागत सत श्री अकाल Aashmeeta, thank you very much. Thanks for having me. Of course, always a pleasure. Nirmal ji, ਤੁਸੀਂ ਹਮੇਸ਼ਾ ਸਾਨੂੰ ਫਾਈਨੈਂਸ਼ੀਅਲ ਚੀਜ਼ਾਂ ਨੂੰ ਥੋੜਾ ਡੀਮਿਸਟੀਫਾਈ ਕਰਦੇ ਹੋ ਸਾਡੇ ਲਈ ਸਿੰਪਲ ਸ਼ਬਦਾਂ ਵਿੱਚ ਸਾਨੂੰ ਸਮਝਾਉਂਦੇ ਹੋ ਤਾਂ ਕਿ ਅਸੀਂ ਵੀ ਥੋੜੇ ਆਪਣੇ ਬੈਂਕ ਅਕਾਊਂਟਸ ਦੇ ਵੱਲ ਧਿਆਨ ਦੇ ਕੇ ਥੋੜਾ ਜਿਹਾ ਫਾਇਦਾ ਕਰੀਏ ਬਟ ਅੱਜ ਜੋ ਇਹ ਡੈਟ ਸੀਲਿੰਗ ਦਾ ਇਸ਼ੂ ਹੈ ਕਿਸੇ ਇੰਡੀਵਿਜੂਅਲ ਦੀ ਬੈਂਕ ਅਕਾਊਂਟ ਦੀ ਗੱਲ ਨਹੀਂ ਹੈਗੀ ਇਹ ਕੰਟਰੀ ਦੀ ਬੈਂਕ ਅਕਾਊਂਟ ਦੀ ਗੱਲ ਹੋ ਰਹੀ ਹੈ ਯੂਨਾਈਟਿਡ ਸਟੇਟਸ ਪੂਰੇ ਮੁਲਕ ਦੀ ਜੋ ਡੈਟਸ ਹੈਗੀਆਂ ਉਹਨਾਂ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲੇ you know the biggest question I get ਜਦੋਂ ਮੈਂ ਇਸ ਸਟੋਰੀ ਦੀ ਪ੍ਰੈਪਰੇਸ਼ਨ ਕਰ ਰਹੀ ਸੀ what is a debt ceiling ਪੰਜਾਬੀ ਚ ਪਲੀਜ਼ ਸਾਨੂੰ ਦੱਸੋ ਡੈਟ ਸੀਲਿੰਗ ਹੁੰਦੀ ਕੀ ਹੈ So Aashmeeta, generally ਕੀ ਹੁੰਦਾ ਹੈ ਕਿ ਡੈਟ ਸੀਲਿੰਗ ਪਹਿਲਾਂ ਕੀ ਹੁੰਦਾ ਸੀ ਤੋਂ ਬਿਫੋਰ ਆਈ ਥਿੰਕ ਲਿਟਲ ਥੋੜਾ ਜਿਹਾ ਹੋਰ ਬੈਕਗ੍ਰਾਉਂਡ ਚਾਹੀਏ ਜਦੋਂ ਵੀ ਕਦੇ ਯੂਐਸ ਗਵਰਨਮੈਂਟ ਨੂੰ ਜਿਹੜੇ ਆਪਣੇ ਐਕਸਪੈਂਸਸ ਨੇ ਉਹਨੂੰ ਖਰਚ ਕਰਨ ਤੋਂ ਬਾਅਦ ਕਿਉਂਕਿ ਜਿੰਨਾ ਵੀ ਟੈਕਸ ਕਲੈਕਟ ਕਰਦੇ ਨੇ ਜਿੰਨਾ ਵੀ ਰੈਵਨਿਊ ਹੈ ਉਸ ਤੋਂ ਬਾਅਦ ਖਰਚਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਪੈਸੇ ਬੋਰੋ ਕਰਨੇ ਪੈਂਦੇ ਹਨ ਸੋ ਬਿਫੋਰ 1960 ਉਹਦੇ ਐਵਰੀ ਸਿੰਗਲ ਟਾਈਮ ਜਦੋਂ ਵੀ ਪੈਸੇ ਮੰਗਣੇ ਪੈਂਦੇ ਸੀ ਸੋ ਇਟ ਹੈਜ਼ ਟੂ ਗੋ ਥਰੂ ਕਾਂਗਰਸ ਨੂੰ ਹਮੇਸ਼ਾ ਪਾਸ ਕਰਨਾ ਪੈਂਦਾ ਹੈ ਚਾਹੇ ਉਹ ਇੱਕ ਬਿਲੀਅਨ ਡਾਲਰ ਲੈਣਾ ਜਾਂ ਟ੍ਰਿਲੀਅਨ ਡਾਲਰ ਲੈਣਾ ਸੋ ਇੱਕ ਨਵਾਂ ਫਾਰਮੂਲਾ ਉਹਨਾਂ ਨੇ ਕੀਤਾ ਕਿ ਆਪਾਂ ਇੱਕ ਸੀਲਿੰਗ ਰੇਜ਼ ਕਰ ਦਿੰਦੇ ਆ ਜਿਹੜੀ ਇਸ ਟਾਈਮ 28.4 ਔਰ ਆਈ ਥਿੰਕ 24.8 ਟ੍ਰਿਲੀਅਨ ਦੀ ਹੈਗੀ ਹੈ ਔਰ ਉਹ ਡੈਟ ਸੀਲਿੰਗ ਤੱਕ ਆਪਾਂ ਬੋਰੋ ਕਰ ਸਕਦੇ ਹਾਂ ਔਰ ਜਦੋਂ ਉਹ ਤੱਕ ਬੋਰੋ ਹੋ ਜਾਏ ਤਾਂ ਦੁਬਾਰਾ ਆਪਾਂ ਕਾਂਗਰਸ ਨੂੰ ਰੀਕਨਸੀਡਰ ਕਰ ਸਕਦੇ ਕਿ ਆਪਣਾ ਡੈਟ ਸੀਲਿੰਗ ਜਿਹੜੀ ਹੈ ਵਧਾ ਦਿੱਤੀ ਜਾਏ ਔਰ ਐਗਜ਼ੈਕਟਲੀ ਉਹੀ ਹੋ ਰਿਹਾ ਕਿ ਜਦੋਂ ਵੀ ਕਾਂਗਰਸ ਨੂੰ ਜਦੋਂ ਵੀ ਪੈਸੇ ਥੋੜ ਜਾਂਦੇ ਨੇ ਬਿਕੋਜ਼ ਐਕਸਪੈਂਸਿਸ ਜਿਹੜੇ ਨੇ ਇਸ ਕੰਟਰੀ ਦੇ ਜ਼ਿਆਦਾ ਨੇ ਔਰ ਖਾਸ ਕਰਕੇ ਰੀਸੈਂਟਲੀ ਜਿਹੜੀ ਪੈਂਡੈਮਿਕ ਦੇ ਵਿੱਚ ਲੋਕਾਂ ਨੂੰ ਇੰਨਾ ਸਟਿਮੂਲਸ ਪੈਕੇਜ ਮਿਲੇ ਜਾਂ ਇੰਨੀ ਹੈਲਪ ਹੋਈ ਹੈ ਲੋਕੀ ਇਹਨਾਂ ਚਿਰ 'ਚ ਕੰਮ ਨਹੀਂ ਕਰ ਰਹੇ ਉਸ ਦੌਰਾਨ ਜਿਹੜੇ ਐਕਸਟਰਾ ਪੈਸੇ ਜਿਹੜੇ ਲੋੜ ਪੈਂਦੀ ਸੀ ਖਰਚਾ ਐਕਸਟਰਾ ਹੋ ਗਿਆ ਉਹਨੂੰ ਕਵਰ ਕਰਨ ਵਾਸਤੇ ਯੂਐਸ ਜਿਹੜੀ ਆ ਹੋਰ ਗਵਰਨਮੈਂਟ ਜਿਹੜੀ ਹੋਰ ਮਨੀ ਬੋਰੋ ਕਰਨਾ ਚਾਹੁੰਦੀ ਹੈ ਔਰ ਉਹਦੀ ਜਿਹੜੀ ਬੋਰੋਇੰਗ ਪਾਵਰ ਹੈ ਜਿਹੜੀ ਮੈਕਸਿਮਮ ਕਰ ਸਕਦੀ ਹੈ ਉਹ ਜਿਹੜੀ ਹੈ ਉਹ ਮੈਕਸ ਆਊਟ ਕਰ ਚੁੱਕੀ ਆ ਔਰ ਜਿਹੜਾ ਜਿੱਦਾਂ ਕਿ ਮੇਰਾ ਹੀ ਖੋਜੇ ਆਪਾਂ ਘਰ 'ਚ 4 ਬੰਦੇ ਬਹਿ ਕੇ ਸਲਾਹ ਕਰ ਲਈਏ ਕਿ ਅਸੀਂ ਜੀ ਸਿਰਫ ਆਪਣਾ ਜਿਹੜਾ ਡੈਟ ਹੈ 5 ਮਿਲੀਅਨ ਤੋਂ ਵੱਧ ਨਹੀਂ ਜਾਣਾ ਹੁਣ ਜੇ 5 ਮਿਲੀਅਨ ਤੋਂ ਵੱਧ ਜਾਣਾ ਤਾਂ ਸਾਨੂੰ ਸਾਰਿਆਂ ਨੂੰ ਸਲਾਹ ਕਰਕੇ ਜੇ ਅਸੀਂ 7 ਮਿਲੀਅਨ ਤੇ ਜਾਣਾ ਤਾਂ ਸਾਨੂੰ ਸਾਰਿਆਂ ਨੂੰ ਸਲਾਹ ਕਰਨੀ ਪੈਣੀ ਹੈ ਐਗਜ਼ੈਕਟਲੀ ਜਿਹੜੀ ਉਹ ਸਲਾਹ ਹੈ ਉਹੀ ਕਰਨੀ ਹੈ ਉਹਨੂੰ ਕਿ ਆਪਾਂ ਕਿੰਨਾ ਹੋਰ ਬੋਰੋ ਕਰ ਸਕਦੇ ਹਾਂ Wow, what a wonderful explanation. Thank you because you know ਇਸ ਚੀਜ਼ ਨੂੰ to understand ਕਿ ਕਾਂਗਰਸ ਦੇ ਵਿੱਚ ਅੱਜ ਕੀ ਡਿਬੇਟ ਹੋ ਰਹੀ ਹੈ ਪਹਿਲੇ ਸਾਨੂੰ ਇਹੀ ਸਮਝ ਦੀ ਲੋੜ ਸੀ ਕਿ ਕਿਉਂ ਇਹ ਡਿਬੇਟ ਹੋ ਰਹੀ ਹੈ so now let's talk about this actual debate right so ਜੋ ਵੱਡੀ headlines I mean there is a current development ਜੋ ਅੱਜ ਇਹ ਸਟੋਰੀ ਹੁਣੇ ਬ੍ਰੇਕ ਹੋਈ ਹੈ ਉਸ ਤੋਂ ਪਹਿਲੇ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਡਿਸਕਸ ਕਰਨਾ ਚਾਹੁੰਦੀ ਹਾਂ because ਪਿਛਲੇ ਕੁਝ ਹਫ਼ਤਿਆਂ ਤੋਂ ਇਸ ਚੀਜ਼ ਤੇ ਬੈਕ ਐਂਡ ਫੋਰਥ ਚੱਲ ਰਹੀ ਹੈ ਕਿ you know Republicans and Senator Mitch McConnell जो कि एक लीडर है you know from the Republican side इस चीज़ विच कह रहे that मैं बिल्कुल भी नहीं इस debt ceiling ਨੂੰ raise ਕਰਨ ਲਈ कोई भी step ਚੁੱਕਾਂਗਾ ਨਾ ਕੋਈ Republican ਚੁੱਕੇਗਾ ਕਿ ਇਹ Democrats ਦੀ ਇਸ ਵੇਲੇ majority ਹੈਗੀ ਕਿ ਉਹਨਾਂ ਦੀ problem ਹੈ ਉਹੀ ਅਗਰ raise ਕਰਨਾ ਚਾਹੁੰਦੇ ਤੇ raise ਕਰ ਲੈਣ Democrats ਦੀ ਆਪਣੀ internal ਕੁਝ ਤੁਸੀਂ ਕਹਿ ਲਓ divisions ਕਰਕੇ ਇਹ ਚੀਜ਼ ਵੀ ਮੁਮਕਿਨ ਨਹੀਂ ਹੈਗੀ but the argument that Democrats are making is that this debt isn't even theirs to pay off right so explain to us once again jo ਅੱਜ ਦੀ ਡੇਟ ਵਿੱਚ ਭਾਵੇਂ ਉਹ debt ਨੂੰ raise ceiling ਨੂੰ raise ਕਰਨ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਇਹ ਕ੍ਰਾਈਸਿਸ ਇਸ ਵੇਲੇ play out ਹੋ ਰਹੀ ਹੈ ਕਾਂਗਰਸ ਦੇ ਵਿੱਚ but ਇਹ debt actually ਕਦੋਂ ਦੀ ਹੈਗੀ
आई थिंक कि ਆਪਾਂ ਸਿਰਫ ਇੱਕ ਪਾਰਟੀ ਤੇ ਕਹੀਏ ਕਿ ਹਾਂ ਵੀ ਸਿਰਫ ਜਾਂ ਡੈਮੋਕ੍ਰੇਟਸ ਜਾਂ ਸਿਰਫ ਰਿਪਬਲਿਕਨ ਦੀ ਗਲਤੀ ਹੈ, ਇਹ ਥੋੜਾ ਸ਼ਾਇਦ ਕਹਿਣਾ ਗਲਤ ਹੋਏਗਾ ਅਸ਼ਮਿਤਾ। ਆਈ ਥਿੰਕ ਕਿ ਦੋਵੇਂ ਹੀ ਪਾਰਟੀਆਂ ਇਹਦੇ ਵਿੱਚ ਇਕੁਅਲੀ ਇਨਵੋਲਵ ਹੈਗੀਆਂ ਨੇ, ਪਰ ਬਾਈ ਐਂਡ ਲਾਰਜ ਜੇ ਮੇਜਰ ਚੰਕ ਆਫ ਡੈਟ ਦਾ ਆਪਾਂ ਕਹੀਏ ਤੇ ਉਹ ਡੈਫੀਨਿਟਲੀ ਆਪਣੇ ਅੰਡਰ ਟਰੰਪ ਤੇ ਬੁਸ਼ ਦੇ ਦੌਰਾਨ ਆਇਆ। ਔਰ ਸਪੈਸ਼ਲੀ ਜਦੋਂ ਤੁਸੀਂ ਟੈਕਸ ਜਿਹੜੇ ਇੰਨੇ ਘਟਾਤੇ, ਠੀਕ ਹੈ ਐਵਰੀਵਨ ਲਾਈਕਸ ਲੋ ਟੈਕਸਸ, ਬਟ ਜਿਹੜੇ ਇੰਨੇ ਖਰਚੇ ਨੇ, ਜਿਹੜੇ ਇੰਨੇ ਸਿਸਟਮ ਚੱਲਦੀ ਹੈ, ਇੰਨੀ ਵੱਡੀ ਗਵਰਨਮੈਂਟ ਚੱਲਦੀ ਹੈ, ਐਡਾ ਵੱਡਾ ਇਨਫਰਾਸਟ੍ਰਕਚਰ ਚੱਲਦਾ, ਉਹਦੇ ਵਾਸਤੇ ਪੈਸੇ ਚਾਹੀਦੇ ਨੇ। ਔਰ ਜਦੋਂ ਵੀ ਉਹ ਪੈਸੇ ਘਟੇ ਨੇ, ਆਈ ਥਿੰਕ ਕਿ overall I don't think we should blame one party. They are equally responsible. Maybe one party is little more, ਹਾਂ ਜਦੋਂ ਦੋਵਾਂ ਦੀ ਵਾਰੀ ਆਉਂਦੀ ਆਫ ਕੋਰਸ ਹਰ ਦੂਜਾ ਇੱਕ ਦੂਜੇ ਨੂੰ ਬਲੇਮ ਕਰਦਾ, ਜਿੱਦਾਂ ਲਾਈਕ ਐਨੀ ਸਪਾਊਸਲ ਫਾਈਟ ਕਿ ਤੇਰੀ ਗਲਤੀ ਹੈ, ਤੇਰੀ ਗਲਤੀ ਹੈ, ਤੇਰੀ ਗਲਤੀ ਹੈ। ਐਂਡ ਆਈ ਥਿੰਕ ਇਟਸ ਆਲ ਅਬਾਊਟ ਪੋਲਿਟਿਕਸ ਕਿ ਹੁਣ ਕਿਉਂਕਿ ਉਹ ਚਾਹੁੰਦੇ ਨੇ ਕਿ ਸਿਰਫ ਡੈਮੋਕ੍ਰੇਟਸ ਆਪਣੇ ਸਿਰ ਤੇ ਫੁੱਲੀ ਰਿਸਪੌਂਸਿਬਿਲਿਟੀ ਲੈਣ, ਕਿਉਂਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਭਾਂਡਾ ਇਹਨਾਂ ਸਿਰ ਤੇ ਭੰਨਿਆ ਜਾਏ, ਸੋ ਸਾਨੂੰ ਜਿਹੜੀਆਂ ਇਲੈਕਸ਼ਨਸ ਜਿਹੜੀ ਮਿਡ ਟਰਮ ਇਲੈਕਸ਼ਨਸ ਆਉਣੀਆਂ ਅਗਲੇ ਸਾਲ, ਉਹਦੇ ਵਿੱਚ ਸਾਨੂੰ ਫਾਇਦਾ ਹੋ ਸਕੇ। ਸੋ ਆਈ ਥਿੰਕ ਇਟਸ ਮੋਰ ਪੋਲਿਟਿਕਸ। ਐਂਡ ਆਫ ਦਾ ਡੇ ਦੋਵੇਂ ਗਲਤ ਨੇ, ਔਰ ਦੋਵਾਂ ਨੂੰ ਇਹਦੇ ਵਿੱਚ ਜਿਹੜਾ ਰਿਸਪੌਂਸਿਬਿਲੀ ਦੋਵਾਂ ਨੂੰ ਇਹਦੇ ਵਿੱਚ ਆਈ ਥਿੰਕ ਕਿ ਇੱਕ ਔਰ ਮੋਰ ਲਾਈਕਲੀ ਆਈ ਥਿੰਕ ਸੂਨਰ ਔਰ ਲੇਟਰ ਇਹਦੇ ਉੱਤੇ ਇਹਨਾਂ ਦੀ ਜਿਹੜੀ ਐਗਰੀਮੈਂਟ ਬਣ ਜਾਣੀ ਹੈ। ਬਸ ਆ ਬਲੇਮ ਗੇਮ ਜਿਹੜੀ ਹੈਗੀ ਹੈ ਇਹ ਹਮੇਸ਼ਾ ਚੱਲਦੀ ਹੈ, ਔਰ ਇਹ ਹੁੰਦੀ ਰਹਿੰਦੀ ਹੈ ਔਰ ਹੁੰਦੀ ਰਹਿਣੀ ਹੈ। ਸੋ ਆਮ ਗਲੈਡ ਯੂ ਸੈਡ ਦੈਟ ਡੈਫੀਨਿਟਲੀ ਪੋਲਿਟਿਕਸ ਪਲੇ ਜ਼ਰੂਰ ਹੋ ਰਹੀ ਹੈ, ਬਿਕੋਜ਼ ਲਿਟਰਲੀ ਅੱਜ ਸਵੇਰ ਤੱਕ ਇਸ ਕ੍ਰਾਈਸਿਸ ਦਾ ਕੋਈ ਹੱਲ ਨਹੀਂ ਦਿਸ ਰਿਹਾ ਸੀ। ਪਾਰਟੀਜ਼ ਦੇ ਵਿੱਚ ਕੋਈ ਕੰਸੈਂਸਸ ਨਹੀਂ ਸੀਗਾ, ਐਂਡ ਮਿਚ ਮੈਕੋਨਲ ਕਾਫੀ ਫਰਮਲੀ ਆਪਣੀ ਪੋਜੀਸ਼ਨ 'ਚ ਖੜੇ ਸੀਗੇ। ਬਟ ਜਸਟ ਅ ਫਿਊ ਆਵਰਸ ਅਗੋ ਨਿਊਜ਼ ਰਿਲੀਜ਼ ਹੋਈ ਹੈ ਕਿ ਮਿਚ ਮੈਕੋਨਲ ਨੇ ਹੁਣ ਕਿਹਾ ਹੈ ਕਿ ਰਿਪਬਲਿਕਨਸ ਅਲਾਉ ਕਰਨਗੇ ਡੈਮੋਕ੍ਰੈਟਸ ਨੂੰ ਸੀਲਿੰਗ ਨੂੰ ਰੇਜ਼ ਕਰਨ ਲਈ, ਬਟ ਸਿਰਫ ਟੈਂਪਰੇਰੀ ਟਾਈਮ ਪੀਰੀਅਡ ਲਈ, ਸਿਰਫ ਦਸੰਬਰ ਤੱਕ, ਬਟ ਰਿਫਿਊਜ਼ਡ to lift the blockade of a long term increase, right? So once again ਇਹ ਮਤਲਬ ਇੱਕ ਪੰਟ ਕੀਤੀ ਗਈ ਹੈ ਦਸੰਬਰ ਤੱਕ। does this actually solve the problem, ਜਾਂ ਦਸੰਬਰ ਵਿੱਚ ਸਾਨੂੰ ਇਹ ਹੀ ਕਨਵਰਸੇਸ਼ਨ ਫਿਰ ਕਰਨੀ ਪੈਣੀ ਹੈ? I think ਉਹਨਾਂ ਦੇ ਨਹੀਂ, I think first of all that's a good news for Democrats, because at least ਉਹਨਾਂ ਨੂੰ ਥੋੜਾ ਜਿਹਾ ਹੋਰ ਬਰੀਥਿੰਗ ਰੂਮ ਮਿਲ ਗਿਆ। ਉਹਦੇ ਵਿੱਚ ਜਿਹੜੀ ਬਜਟ ਰੀਕਨਸਲੇਸ਼ਨ ਹੋਣੀ ਹੈ, ਬਜਟ ਰੀਕਨਸਲੇਸ਼ਨ ਕਰ ਸਕਦੇ ਨੇ। that's also very important, I think। and again coming back to that infrastructure, ਠੀਕ ਹੈ 1.2 ਟ੍ਰਿਲੀਅਨ ਦਾ ਜਿਹੜਾ ਉਹ ਤੇ ਅਪਰੂਵ ਹੋ ਹੀ ਜਾਣਾ, ਕੋਈ ਇਸ਼ੂ ਨਹੀਂ ਹੈਗਾ। ਤਾਂ ਸੈਕੰਡ ਜਿਹੜਾ ਬਜਟ ਆ ਜਿਹੜਾ I think they are going for 3 trillion, almost 3 trillion, ਉਹਨੂੰ ਕਿਤੇ 1.8 ਤੋਂ ਲੈ ਕੇ 2.5 ਦੇ ਵਿੱਚ ਕਿੱਥੇ ਜਾ ਕੇ ਨੈਗੋਸ਼ੀਏਟ ਕਰਦੇ ਆ। that's another negotiation। I think this is the bargaining chip for Republicans to ke ye band kar deta, or ke this can be disastrous. Je literally if we default, that means credit rating kharab ho jani hai pure US di economy, recession, unemployment, interest rate. That's, I don't think anyone can afford it. I mean, even these guys, most of these politicians, they are billionaires. So generally I think overall jo nuksan dekhya ja raha hai, je kite a disaster aa janda hai, ਟੋਟਲ ਅਬਾਊਟ 15 ਟ੍ਰਿਲੀਅਨ ਲਾਸ ਹੋਣਾ ਲੋਕਾਂ ਦੀ ਹਾਊਸਹੋਲਡ ਨੈਟਵਰਥ ਦੇ ਵਿੱਚ। ਔਰ ਸਭ ਤੋਂ ਜ਼ਿਆਦਾ ਉਹਦਾ ਹੀ ਨੁਕਸਾਨ ਹੋਣਾ ਜਿਹਦੇ ਜ਼ਿਆਦਾ ਪੈਸੇ ਨੇ, ਜਿਹਦੇ ਕੋਲ ਘੱਟ ਨਹੀਂ ਉਹਦਾ ਆਫ ਕੋਰਸਲੀ ਘੱਟ ਨੁਕਸਾਨ ਹੋਣਾ। ਸੋ ਆਈ ਡੋਂਟ ਥਿੰਕ ਇਹਨੂੰ ਇੰਨਾ ਡਰੈਗ ਕਰਨਗੇ। ਆਈ ਥਿੰਕ ਇਟ ਜਸਟ ਬੈਕ ਐਂਡ ਫੋਰਥ ਤੇਰੇ ਤੇ ਮੇਰੇ ਤੇ ਕਰਨਾ ਬਸ। ਆਈ ਐਮ ਵੈਰੀ ਗਲੈਡ ਕਿ ਤੁਸੀਂ ਕਨਸੀਕੁਐਂਸਸ ਦੇ ਵੱਲ ਗੱਲ ਨੂੰ ਲੈ ਕੇ ਜਾ ਰਹੇ ਹੋ। ਦੈਟ ਇਜ਼ ਐਗਜ਼ੈਕਟਲੀ what I want to discuss, that what the stakes are, ਕਿ ਕੀ ਅਸੀਂ what is on the line basically in this issue, and why it's a crisis, why Janet Yellen of the Fed is so concerned, right? So ਇਹਦੇ ਬਾਰੇ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਨਿਰਮਲ ਮਾਨ ਜੀ ਸਾਡੇ ਨਾਲ ਜੁੜੋ, ਵਿਊਅਰਸ ਤੁਸੀਂ ਵੀ ਜੁੜੋ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਇਸ ਤਰ੍ਹਾਂ ਜਾਰੀ ਕੰਟੀਨਿਊ ਡਿਸਕਸ ਕਰਾਂਗੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਯੂਨਾਈਟਿਡ ਸਟੇਟਸ ਦੀ ਡੈਟ ਦੀ ਤੇ ਡੈਟ ਸੀਲਿੰਗ ਨੂੰ ਲੈ ਕੇ, ਇਸ ਕਾਫੀ ਕੰਪਲੈਕਸ ਇਸ਼ੂ ਨੂੰ ਜੋ ਕਿ ਇਸ ਵੇਲੇ ਕ੍ਰਾਈਸਿਸ ਬਣਿਆ ਹੋਇਆ ਹੈ। ਸਾਨੂੰ ਸਿੰਪਲ ਸ਼ਬਦਾਂ ਵਿੱਚ ਸਮਝਾਉਣ ਲਈ ਸਾਨੂੰ ਜੁਆਇਨ ਕਰੇ ਸਾਡੇ ਫੇਵਰੇਟ ਫਾਈਨੈਂਸ਼ੀਅਲ ਐਕਸਪਰਟ ਨਿਰਮਲ ਮਾਨ ਜੀ। ਇੱਕ ਵਾਰੀ ਫਿਰ ਨਿਰਮਲ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। joining us from California, it's always good to have you. ਨਿਰਮਲ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਕਿ ਡੈਟ ਸੀਲਿੰਗ ਹੁੰਦੀ ਕੀ ਹੈ ਤੇ ਕਿਉਂ ਇਹਦੀ ਲੋੜ ਪੈਂਦੀ ਹੈ, ਕਿਉਂ ਕਾਂਗਰਸ ਨੂੰ ਇਹਦੇ ਉੱਤੇ ਬੈਕ ਐਂਡ ਫੋਰਥ ਡਿਸਕਸ਼ਨ ਕਰਨੀ ਪੈਂਦੀ ਹੈ, ਐਗਰੀਮੈਂਟ ਕਰਨਾ ਪੈਂਦਾ ਹੈ। ਬਟ ਟੁਡੇ like you said, is ਜੋ developing crisis ਸੀਗੀ ਉਹਦੇ ਵਿੱਚ ਇੱਕ good news ਆਈ ਹੈ that Senator Mitch McConnell and the Republicans have signaled ਕਿ temporary ਤੌਰ ਤੇ
they will work with Democrats to raise the debt ceiling till December. Let's talk a little bit about कि ਕੀ ਹੁੰਦਾ ਹੈ ਅਗਰ ਇਹ default status ਦੇ ਵਿੱਚ United States ਜਾਂਦਾ ਹੈ। ਅੱਜ ਦੀ ਡੇਟ ਦੇ ਵਿੱਚ ਤਾਂ ਇਹ crisis for now avert ਹੋ ਗਈ ਹੈ, but it's important to understand ਕਿ what is at stake। ਤੁਸੀਂ ਥੋੜੀ ਜਿਹੀ ਇਹਦੇ ਬਾਰੇ ਗੱਲ ਸ਼ੁਰੂ ਕੀਤੀ ਸੀ। So there has been some talk about a great recession ਕਿ ਇੱਕ ਵਾਰੀ ਫਿਰ ਕੋਈ great recession trigger ਹੋ ਸਕਦਾ ਜਿਸ ਤਰ੍ਹਾਂ 2008 ਦੇ ਵਿੱਚ ਹੋਇਆ ਸੀ, maybe even worse because COVID ਕਰਕੇ financial instability already ਵੇਖਣ ਨੂੰ ਮਿਲ ਰਹੀ ਹੈ all over the world. So how is the debt ceiling in the United States defaulting on its credit, on its loans, related to another recession? Well, not only that, Aashmeeta, there's multiple things you can, really come into picture. I mean, starting with Social Security. Jinne bhi loki as time, especially, the elderly who are totally dependent on Social Security checks, or check aane band ho jane. I mean, their life will be crippled. They can't do anything. Jade bande, when they're living pay to paycheck, especially, ek jawan aadmi, I think if I don't get paycheck for a few weeks, probably I have resources, but the elderly, they don't have those resources. So sab to vadda musibat ਉਹਦੇ ਉੱਤੇ ਆ ਜਾਣੀ ਹੈ। And second thing is ਜਿੰਨੇ ਵੀ federal employees ਨੇ ਉਹਨਾਂ ਦੀ ਜਿਹੜੀ ਆ ਉਹ ਪੇਮੈਂਟਸ ਜਿਹੜੀਆਂ ਨੇ ਸਾਰੀਆਂ ਉਹਨਾਂ ਦੀ ਰੁਕ ਜਾਣੀਆਂ ਨੇ। ਫਿਰ ਜਿਹੜੀਆਂ ਆਪਣੀਆਂ ਬੌਂਡਸ ਦੀਆਂ ਜਿਹੜੀਆਂ ਟ੍ਰੈਜਰੀ ਹੈਗੀਆਂ ਨੇ ਉਹਨਾਂ ਦੀ ਜਿਹੜੀ ਪੇਮੈਂਟਸ ਨੇ ਉਹ ਬੰਦ ਹੋ ਜਾਣੀਆਂ ਨੇ। ਔਰ ਸਭ ਤੋਂ ਵੱਡਾ ਇੰਪੈਕਟ ਜਿਹੜਾ ਪੈਣਾ ਉਹ ਜਿਹੜਾ ਸਟਾਕ ਮਾਰਕੀਟ ਤੇ ਇੰਪੈਕਟ ਪੈਣਾ, ਬਿਕੋਜ਼ ਜੇ ਡਿਫਾਲਟ ਹੋ ਗਿਆ ਤੇ ਯੂਐਸ ਦੀ ਕ੍ਰੈਡਿਟ ਰੇਟਿੰਗ ਖਰਾਬ ਹੋ ਜਾਣੀ ਹੈ। ਯੂਐਸ ਦੀ ਕ੍ਰੈਡਿਟ ਰੇਟਿੰਗ ਖਰਾਬ ਹੁੰਦਿਆਂ ਸਾਰੀ ਜਿਹੜਾ ਸਟਾਕ ਮਾਰਕੀਟ ਹੈ ਉਹ ਖਰਾਬ ਹੋਣੀ ਹੈ, ਅਨਇੰਪਲੋਇਮੈਂਟ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਣੀ ਹੈ, ਸਟਾਕ ਮਾਰਕੀਟ ਕ੍ਰੈਸ਼ ਕਰ ਜਾਣੀ ਹੈ। ਸੋ ਆਈ ਥਿੰਕ ਕਿ ਜਿੱਦਾਂ ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਸੁਨਾਮੀ ਆਉਂਦੀ ਹਰ ਚੀਜ਼ ਦੇ ਉੱਤੇ, ਹਰ ਡੈਫੀਨੇਟਲੀ ਇਹ ਨਹੀਂ ਕਿ ਸਿਰਫ ਯੂਐਸ ਤੇ ਇੰਪੈਕਟ ਪੈਣਾ, ਆਲਮੋਸਟ ਇਹਦੇ ਰਿਪਲ ਇਫੈਕਟ ਜਿਹੜੇ ਨੇ ਥਰੂ ਆਊਟ ਵਰਲਡ ਹਰ ਕੰਟਰੀ ਤੇ, ਬਿਕੋਜ਼ ਮੋਰ ਔਰ ਲੈਸ ਜਿੰਨੀਆਂ ਵੀ ਕੰਟਰੀਆਂ ਨੇ, ਚਾਹੇ ਡਿਵੈਲਪਿੰਗ ਕੰਟਰੀਜ਼ ਨੇ ਜਾਂ ਡਿਵੈਲਪ ਕੰਟਰੀਜ਼ ਨੇ, ਉਹਨਾਂ ਦੀ ਇਕਨੋਮੀ ਕਿਤੇ ਨਾ ਕਿਤੇ ਯੂਐਸ ਨਾਲ ਰਿਲੇਟਡ ਹੈਗੀ ਇਸ ਟਾਈਮ। ਸੋ ਇਹਦੀ ਜਿਹੜਾ ਰਿਪਲ ਇਫੈਕਟ ਆਈ ਥਿੰਕ ਥਰੂ ਆਊਟ ਵਰਲਡ ਆਏਗਾ। ਇਹਦੇ ਵਿੱਚ ਸ਼ਾਰਟ ਟਰਮ ਇੰਪੈਕਟ ਤੇ ਲੌਂਗ ਟਰਮ ਇੰਪੈਕਟ ਵੀ ਆਉਣੇ ਨੇ। ਸ਼ਾਰਟ ਟਰਮ ਇੰਪੈਕਟ ਜਿੱਦਾਂ ਤੁਸੀਂ ਸੈਲਰੀਜ਼ ਦੀ ਗੱਲ ਕੀਤੀ ਜਾਂ ਹੋਰ ਪੇਮੈਂਟਸ ਦੀ ਗੱਲ ਕੀਤੀ ਆ। ਲੌਂਗ ਟਰਮ ਇੰਪੈਕਟ ਇਹ ਆਉਣੇ ਕਿ ਜਿਹੜੀ ਇੱਕ ਵਾਰੀ ਰਿਸੈਸ਼ਨ ਚਲਾ ਗਿਆ ਉਹਨੂੰ ਰਿਕਵਰ ਕਰਨਾ ਦੁਬਾਰਾ ਆਈ ਥਿੰਕ ਬਹੁਤ ਟਾਈਮ ਲੱਗ ਸਕਦਾ ਹੈ, ਔਰ ਸ਼ਾਇਦ ਕਈ ਮੇ ਟੇਕ ਡੈਕੇਡਸ ਉਹਦੇ ਵਿੱਚੋਂ। ਪਰ ਆਈ ਥਿੰਕ ਦਿਸ ਇਜ਼ ਅ ਗੁੱਡ ਨਿਊਜ਼। ਜਿੱਦਾਂ ਤੁਸੀਂ ਕਿਹਾ ਅੱਗੇ ਅਸ਼ਮਿਤਾ ਕਿ ਦੇ ਆਰ ਟਾਕਿੰਗ ਅਬਾਊਟ ਗਿਵਿੰਗ ਲਿਟਲ ਬਿਟ ਐਕਸਟੈਂਸ਼ਨ। ਆਈ ਥਿੰਕ ਐਕਸਟੈਂਸ਼ਨ ਇਜ਼ ਜਸਟ ਫॉर ਕਿ ਆਪਾਂ ਨੈਗੋਸ਼ੀਏਟ ਕਰ ਲਈਏ ਕਿ ਮੇਰੇ ਵਾਸਤੇ ਕੀ ਚੰਗਾ ਹੈ, ਰਿਪਬਲਿਕਨ ਵਾਸਤੇ that's what they're trying to do. How we'll win the election, Democrats ਵਾਸਤੇ ਕੀ ਚੰਗਾ, I think once they really do some sort of manipulation or talk, I think this probably will be dissolved. Hopefully soon. Hopefully before December, but definitely thoda breathing room milya hai, which is a good thing, because I think before they were saying October 18th is like the D-Day कि 18 तारीख तक अगर नहीं इस चीज़ का कोई हल होया कि United States will be in default. So once again, this is now we're talking about कि अगर default ਹੁੰਦਾ है, payments interrupt ਹੁੰਦੀ, ਤੁਸੀਂ ਥੋੜੀ ਜਿਹੀ ਗੱਲ ਕੀਤੀ about the stock market, right? So ਉਹ ਲੋਕੀ ਜਿਨ੍ਹਾਂ ਦੀ ਇਨਵੈਸਟਮੈਂਟਸ ਹੈਗੀਆਂ ਭਾਵੇਂ ਛੋਟੀ ਹੋਣ ਵੱਡੀ ਹੋਣ, ਅੱਜ ਦੀ ਡੇਟ ਦੇ ਵਿੱਚ ਤਾਂ ਹਰ ਇੱਕ ਕੋਈ ਆਪਣੇ ਫੋਨ ਰਾਹੀਂ ਇਨਵੈਸਟ ਕਰ ਸਕਦਾ ਹੈ, ਰਾਈਟ, ਯੂਜ਼ਿੰਗ ਆਲ ਥੀਸ ਐਪਸ ਐਂਡ ਕ੍ਰਿਪਟੋ ਐਂਡ Robinhood and all this good stuff. So investors ਲਈ what should we be looking out for in the next few weeks and months? Investments ਨੂੰ ਲੈ ਕੇ ਕਿਸ ਤਰ੍ਹਾਂ ਦੀ ਮੂਵਮੈਂਟ, ਅਗਰ ਤੁਸੀਂ ਕੋਈ ਮਤਲਬ with a disclaimer ਸਾਨੂੰ recommendation ਦੇਣੀ ਹੋਏ, what should we be looking out for ਜਿੱਥੇ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ? Definitely, I think I just want to add one small thing to my previous comment. ਇੱਕ ਜਿਹੜਾ ਹੋਰ ਬੜਾ ਵੱਡਾ ਇੰਪੈਕਟ ਪੈਣਾ, ਜਿਹੜੀ ਇੰਟਰਸਟ ਰੇਟ ਨੇ ਲੋ ਹੈਗੇ ਨੇ ਉਹ ਇੱਕੋ ਮਿੰਟ ਦੇ ਵਿੱਚ ਸਪਾਈਕ ਅਪ ਹੋ ਜਾਣੇ, ਬਹੁਤ ਉੱਤੇ ਚਲੇ ਜਾਣੇ। ਤੁਹਾਡੀ ਇਨਫੈਕਟ ਰੀਅਲ ਸਟੇਟ ਇਨਵੈਸਟਮੈਂਟਸ ਨੇ ਜਿਹੜੀਆਂ ਇਸ ਟਾਈਮ ਆਲ ਟਾਈਮ ਹਾਈ ਨੇ, ਨਾਟ ਓਨਲੀ ਯੂਐਸ, ਥਰੂ ਆਊਟ ਦਾ ਵਰਲਡ, ਸਾਰੇ ਪਾਸੇ ਹਰ ਪ੍ਰੋਪਰਟੀ ਦੀ ਕੀਮਤ ਡਬਲ ਹੋਈ ਪਈ ਹੈ, ਉਹ ਜਿਹੜੀਆਂ ਨੇ ਉਹਦੇ ਉੱਤੇ ਵੱਡਾ ਇੰਪੈਕਟ ਪੈਣਾ। ਸੀ ਦੇਖੋ ਸਟਾਕ ਦੇ ਵਿੱਚ ਜਦੋਂ ਇੰਪੈਕਟ ਪੈਣਾ ਜੀ, ਇਹ ਜੇ ਰੀਅਲੀ ਪੁਸ਼ ਕਮ ਟੂ ਸ਼ਵ ਕਿ ਇਸ ਸਿਨੈਰੀਓ ਸਿਚੁਏਸ਼ਨ 'ਚ ਆ ਗਈ ਕਿ ਜਿੱਥੇ ਡਿਫਾਲਟ ਹੋ ਗਿਆ, ਤਾਂ ਆਈ ਡੋਂਟ ਥਿੰਕ ਕਿ ਕੋਈ ਐਸਾ ਸਟਾਕ ਹੈ ਜਿਹਨੂੰ ਫਰਕ ਨਹੀਂ ਪਏਗਾ। ਡੈਫੀਨੇਟਲੀ ਦੇਰ ਆਰ ਸਮ ਸਟਾਕ ਜਿਹਨਾਂ ਨੂੰ ਜ਼ਿਆਦਾ ਇੰਪੈਕਟ ਪਏਗਾ, ਜਿੱਦਾਂ ਫਾਈਨੈਂਸ਼ੀਅਲ ਮਾਰਕੀਟ ਦੇ ਸਟਾਕਸ ਨੇ, ਜਿਹੜਾ ਐਨੀ ਕੰਪਨੀਜ਼ ਡੂਇੰਗ ਸਪੈਸ਼ਲੀ ਫਾਈਨੈਂਸ਼ੀਅਲ ਕੰਪਨੀਜ਼ ਔਰ ਟੈਕਨੋਲੋਜੀ ਜਿਹੜੇ ਨੇ, ਆਈ ਥਿੰਕ ਵੀ ਸ਼ੁੱਡ ਸਟੇ ਅਵੇ ਫਰਮ ਦੋਜ਼ ਸਟਾਕਸ ਐਟਲੀਸਟ ਅੰਟਿਲ ਦਿਸ ਡੈਟ ਇਜ਼ ਰਿਜ਼ੋਲਵ। ਜੇ ਤੁਸੀਂ ਲਏ ਹੋਏ ਨੇ
I don't think you should sell it. I mean, if you can, it's advisable, but do not buy any of those financial and tech stocks until this is resolved. जी एंड सो दिस इनक्लूड्स these cryptocurrencies and ਜਿੱਦਾਂ ਲਾਈਕ ਬਿਟਕੋਇਨ ਦਾ ਬਹੁਤ ਅੱਜ ਦੀ ਡੇਟ ਦੇ ਵਿੱਚ ਮਤਲਬ ਫੈਸ਼ਨ ਬਟ ਟ੍ਰੈਂਡ ਬਹੁਤ ਵੱਡਾ ਚੱਲ ਰਿਹਾ ਹੈ ਇਟਸ ਅ ਵੈਰੀ ਪਪੂਲਰ ਥਿੰਗ ਫॉर folks to do so you're saying ਕਿ ਐਟਲੀਸਟ ਕੁਝ ਮਹੀਨਿਆਂ ਤੱਕ ਐਟਲੀਸਟ until December ਜਦੋਂ ਤੱਕ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਲੱਭਿਆ ਜਾਂਦਾ that people should ਉਹਦੇ ਤੇ ਥੋੜਾ ਪਰਹੇਜ਼ ਕਰਨ Now, personally, I'm never a big fan of cryptocurrency because I think cryptocurrency, being an American, being anyone, and especially the America's take through all the world, chai Middle East, chai South America, chai Asia, America has vested so much everywhere in the world. America, cryptocurrency, upar uthdi hai. At that point, I think dollar will take a hit. And even with this, there's another factor, without even cryptocurrency, if we go default, ਜਿਹੜੀ currency devaluation और dollar devaluation है सब तो ज़्यादा dollar ਨੂੰ ਫਰਕ ਪੈਣਾ ਜਿਹੜਾ dollar ਦੀ ਕੀਮਤ ਹੈ international market ਦੇ ਵਿੱਚ ਬਹੁਤ ਜ਼ਿਆਦਾ ਡਿੱਗ ਜਾਣੀ ਹੈ so same thing with the crypto ਜੇ crypto ਉੱਤੇ ਆਉਣ ਲੱਗ ਜਾਂਦੀ ਹੈ crypto becomes an alternative currency to dollar so that is good not good for America so I don't think I mean crypto more or less ਇੱਕ parallel ਜਿੱਦਾਂ ਇੱਕ ਨਵਾਂ commodity trade ਹੁੰਦੀ ਹੈ ਜਿੱਦਾਂ stock ਹੁੰਦੇ commodity trades ਹੁੰਦੇ ਨੇ ਇਹਦਾ crypto ਚੱਲੇਗੀ market ਦੇ ਵਿੱਚ it will keep on trading but I don't think in long run crypto will be an alternative at least to dollar because this is not in Americans' interest. Yeah. I mean, it's essentially like you're betting against the dollar, right? And साडा पूरा system उस चीज़ ते बनया होया थे, so we're essentially betting against our own system. Seriously, takes 7 cents to print a dollar, and it doesn't take even a penny to print that cryptocurrency. And we have vested so much, you know. I mean, this is another political stuff we can talk. Probably do an entire show on that. ਇੱਥੇ ਇੰਨਾ ਪੈਸਾ, ਇੰਨਾ infrastructure, ਇੰਨਾ military, ਹਰ country ਦੇ ਵਿੱਚ US ਨੇ ਲਾਇਆ because of that we want that dollar to be strong, dollar to be international currency. So losing that is actually America losing all of its grounds throughout the world. So it's not, I don't think it's going to happen anytime soon. At least not in my lifetime. Wow. That's a very bold statement, but really interesting stuff. I mean, I think ਇਹ ਸਾਰਿਆਂ ਲਈ ਤੁਸੀਂ ਬਹੁਤ ਇੱਕ interesting perspective share ਕੀਤਾ ਹੈ in terms of not just the debt ceiling, but investing and cryptocurrency. So, Nirmal ji, I mean, once again, this is a developing story, and there's a lot of things ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਨਿਕਲਣਗੀ. ਜ਼ਰੂਰ ਮੈਂ ਚਾਹਾਂਗੀ ਤੁਸੀਂ ਵਾਪਸ ਆ ਕੇ ਸਾਨੂੰ ਇਸ ਚੀਜ਼ ਤੇ ਹੋਰ ਥੋੜੀ ਜਿਹੀ ਜਾਣਕਾਰੀ ਦਿਓ. But today, to close out your segment, I have to ask, ਤੁਸੀਂ property ਦੀ ਗੱਲ ਕੀਤੀ, right? And that is one thing, ਖਾਸ ਕਰਕੇ ਸਾਡੀ community ਦੇ ਵਿੱਚ real estate investment ਬਹੁਤ popular ਇੱਕ ਜ਼ਰੀਆ ਹੈਗਾ, ਇੱਕ source of income ਹੈਗੀ ਜੋ ਸਾਡੀ community utilize ਕਰਦੀ ਹੈ. I would say we're pretty good at it. ਕਾਫੀ ਤਰੱਕੀ ਕੀਤੀ ਹੈ ਸਾਡੀ community ਨੇ ਇਸ area ਦੇ ਵਿੱਚ. In the next few months, what do you recommend when it comes to real estate investing, right? Yes, property values are at an all-time high, but interest rates are low. अगर कोई सोच रहा है कि अगर मैनू कोई चंगी चीज़ मिलती है, should I invest my money in real estate? What advice do you have in terms of जो ये debt ceiling ਦੀ ਇਸ ਵੇਲੇ debate ਚੱਲ ਰਹੀ ਹੈ ਕਾਂਗਰਸ ਦੇ ਵਿੱਚ? Well, see, especially being in lending business as well, I think one thing I'll say that especially, if your investment can carry its own weight, ਜੇ ਤੁਸੀਂ ਇੱਕ ਪ੍ਰਾਪਰਟੀ ਖਰੀਦਦੇ ਹੋ ਰਿਸਪੈਕਟਿਵ ਕਿਤੇ ਖਰੀਦਦੇ ਹੋ ਉਹ ਆਪਣੀ ਜਿਹੜਾ ਰੈਂਟ ਆਉਂਦਾ ਹੈ ਉਹ ਤੋਂ ਉਹਨੂੰ ਕੈਰੀ ਕਰ ਸਕਦੀ ਹੈ if you're not putting any money from your pocket I think that's a good investment because sooner or later market ਉੱਪਰ ਥੱਲੇ ਹੁੰਦੀ ਰਹਿੰਦੀ ਹੈ I don't foresee any problems like in near future unless that debt ceiling ਦਾ issue ਹੋ ਗਿਆ ਜੇ debt ceiling ਦਾ issue ਹੋ ਗਿਆ then we have a much bigger problem in every single scenario we can think of but I think we need to get a little more cautious in Q2 of next year because especially Fed ne kehta ki aapa interest rate jehdi at some point we're going to raise even now even with such a low interest rates property ਦੀ ਕੀਮਤਾਂ ਇੰਨੀਆਂ ਵਧ ਗਈਆਂ ਨੇ people still can afford those properties because ਭਾਵੇਂ interest rate ਘੱਟ ਵੀ ਨੇ ਪਰ ਉਦਾਂ ਕੀਮਤ ਇੰਨੀ ਜ਼ਿਆਦਾ ਵੱਧ ਗਈ ਹੈ so I think long run short run in next 6 to 8 months we should be fine but long run probably from
6 months to probably a year and a half, I think properties will probably first they become stable, and then they may come down, but not as much. So if you have good investments, yeah, go for it. I think the good at this point, if you're really looking for good deals investment wise, ਘਰਾਂ ਦੇ ਵਿੱਚ you are not finding good deals because everyone ਸਾਰੇ ਪਾਸੇ ਭੀੜ ਚਾਲ ਬਣੀ ਹੈ, ਹਰ ਬੰਦਾ ਘਰ ਲੈਣ ਜਾ ਰਿਹਾ, but there's an extremely good deal in commercial property because ਲੋਕੀ ਇਸ time office 'ਚ ਨਹੀਂ ਜਾ ਰਹੇ, office buildings are available, warehouses are available, restaurants, retail businesses available, but it's not going to be like that. At some point when the people can't stay home, we are social animals, we have to go out, ਉਦੋਂ ਇਹ ਚੀਜ਼ਾਂ ਦੁਬਾਰਾ ਉੱਤੇ ਆਉਣੀਆਂ ਨੇ. So if you can find commercial property, that you can definitely get a great deal on those. Fantastic advice, fantastic advice. I'm so glad कि तुसी साडे नाल जुड़े ने, सारी जानकारी साडे नाल साडे व्यूअर्स दे नाल शेयर कीती है। जो सारा डेट सीलिंग दा मसला है इनू थोड़ा जा सिंपल शब्दां विच सानू एक्सप्लेन कीता। Really appreciate your time as always निर्मल जी। जरूर वापस आके इन टॉपिक्स से साडे नाल फिर जुड़ो because there's a lot of stuff that's going to be developing in the next few months. We would love to have you back, but for tonight have a good rest of your evening. Sat Sri Akal जी। इतने एक छोटी जी ब्रेक ले रुकते हैं, स्टोरी ਨੂੰ ਲੈ ਕੇ ਕੁਝ ਹੋਰ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ब्रेक ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ, ਤੇ ਜੋ ਅੱਜ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਵੱਡੀ ਨਿਊਜ਼ ਡਿਵੈਲਪ ਹੋ ਰਹੀ ਹੈ, ਇੱਥੇ ਦੀ ਗਵਰਨਮੈਂਟ ਦੇ ਵਿੱਚ ਇਸ ਮੁਲਕ ਦੀ ਡੈਟ ਨੂੰ ਲੈ ਕੇ ਜੋ ਡਿਬੇਟ ਚੱਲ ਰਹੀ ਹੈ ਉਹਦੇ ਬਾਰੇ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕੀਤਾ। ਵਾਂਸ ਅਗੇਨ ਦਿਸ ਇਜ਼ ਅ ਵੈਰੀ ਕੰਪਲਿਕੇਟਿਡ ਇਸ਼ੂ, ਬਟ ਜੋ ਇਸ ਇਸ਼ੂ ਦੇ ਕੋਰ ਦੇ ਵਿੱਚ ਜੋ ਮਸਲਾ ਹੈਗਾ ਉਹ ਬਹੁਤ ਸਿੰਪਲ ਹੈ। The United States at the end of the day पैसे borrow करती है like anybody else जो credit card use करता है to pay for important things and to pay for some things that any government in power chooses to, like tax cuts. जो आज ਦੀ ਡੇਟ ਦੇ ਵਿੱਚ ਜਿਸ ਡੈਟ ਦੀ ਗੱਲ ਹੋ ਰਹੀ ਹੈ ਉਹ ਡੈਟ ਨੂੰ ਉਹਦੇ ਤੁਸੀਂ ਕਹਿ ਲਓ ਉਹਨੂੰ ਪੇ ਕਰਨ ਲਈ ਸੀਲਿੰਗ ਨੂੰ ਰੇਜ਼ ਕਰਨ ਦੀ ਜੋ ਗੱਲ ਹੋ ਰਹੀ ਹੈ, ਉਹ ਜੋ ਡੈਟ ਹੈਗੀ ਉਹ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਤੇ ਉਸ ਤੋਂ ਪਹਿਲੇ ਦੀ ਐਡਮਿਨਿਸਟ੍ਰੇਸ਼ਨ ਦੀ ਹੈਗੀ, ਨਾਟ ਦ ਕਰੰਟ ਐਡਮਿਨਿਸਟ੍ਰੇਸ਼ਨ। ਈਵਨ ਅਗਰ ਤੁਸੀਂ ਪ੍ਰੈਜ਼ੀਡੈਂਟ ਬਾਈਡਨ ਦੀ ਵੱਖ-ਵੱਖ ਸਪੀਚਾਂ ਸੁਣੋ, ਐਂਡ ਹੀ ਇਜ਼ ਡਨ ਅ ਫਿਊ ਇਸ ਇਸ਼ੂ ਤੇ ਇਨ ਦ ਲਾਸਟ ਕਪਲ ਆਫ ਵੀਕਸ, ਉਹ ਬਾਰ-ਬਾਰ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੋ ਮੇਰੇ ਪਲਾਨਸ ਹਨ, ਭਾਵੇਂ ਉਹ ਇਨਫਰਾਸਟਰਕਚਰ ਹੋਏ ਜਾਂ ਵੱਖ-ਵੱਖ ਜੋ ਮੇਰੇ ਇਨੀਸ਼ੀਏਟਿਵਸ ਹਨ, ਇਹ ਜੋ ਡੈਟ ਸੀਲਿੰਗ ਹੈਗੀ, ਇਹ ਜੋ ਡੈਟ ਹੈਗੀ ਉਹਨਾਂ ਦੇ ਨਾਲ ਨਹੀਂ ਜੁੜੀ ਹੋਈ। ਪ੍ਰੈਜ਼ੀਡੈਂਟ ਬਾਈਡਨ ਦੇ ਬਾਰ-ਬਾਰ ਇਹ ਵਰਡ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ, ਉਹਨਾਂ ਦੇ ਜੋ ਨੁਮਾਇੰਦੇ ਹਨ, ਭਾਵੇਂ ਉਹ ਸੈਨੇਟਰ ਚੱਕ ਸ਼ੂਮਰ ਹੋਣ ਜਾਂ ਨੈਂਸੀ ਪਲੋਸੀ ਹੋਣ, ਉਹ ਬਾਰ-ਬਾਰ ਇਹ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ प्रीवियस एडमिनिस्ट्रेशन जिस तरह प्रेजिडेंट ट्रंप ने टैक्स कट्स पास किए, फॉर एग्जाम्पल 1.5 ट्रिलियन डॉलर्स ऑफ टैक्स कट्स जो कि पास किए गए प्रेजिडेंट ट्रंप दी एडमिनिस्ट्रेशन वालों, that is included in the debt जो आज पे करनी पै रही है इस एडमिनिस्ट्रेशन ਨੂੰ, एंड ਉਹਨੂੰ पे ਕਰਨ ਲਈ ਸਾਨੂੰ ਆਪਣੀ ਬੋਰੋਇੰਗ ਲਿਮਿਟ ਇਨਕਰੀਜ਼ ਕਰਨੀ ਪੈ ਰਹੀ ਹੈ। ਆਈ ਥਿੰਕ ਜਿਸ ਤਰ੍ਹਾਂ ਨਿਰਮਲ ਜੀ ਨੇ ਐਕਸਪਲੇਨ ਕੀਤਾ ਕਿੰਨਾ ਕੁ ਇੰਪੋਰਟੈਂਟ ਹੈਗਾ ਕਿ ਇਹ ਸੀਲਿੰਗ ਨੂੰ ਰੇਜ਼ ਕੀਤਾ ਜਾਏ ਤਾਂ ਕਿ ਜੋ ਸਾਡੇ ਬਿਲਸ ਹਨ ਉਹਨਾਂ ਨੂੰ ਅਸੀਂ ਪੇ ਕਰ ਸਕੀਏ, ਬਿਕਾਜ਼ ਦ ਬਿਲਸ ਆਰ ਨਾਟ ਜਸਟ ਕੋਈ ਰੈਸਟੋਰੈਂਟ ਬਿਲ ਦੀ ਨਹੀਂ, ਇੱਥੇ ਗੱਲ ਹੋ ਰਹੀ ਸੋਸ਼ਲ ਸਿਕਿਉਰਿਟੀ, ਗਵਰਨਮੈਂਟ EMPLOYEES, veteran benefits, our stock market, our credit rating, the value of the dollar, and a global financial stability is at stake here, and ਸਾਰੀ ਚੀਜ਼ਾਂ ਦੀ ਗੱਲ ਹੋ ਰਹੀ ਹੈ ਜਦੋਂ ਡੈਟ ਸੀਲਿੰਗ ਦੀ ਗੱਲ ਆਉਂਦੀ ਹੈ। ਸੋ at least ਅੱਜ ਦੀ ਡੇਟ ਦੇ ਵਿੱਚ we're closing out today with good news that ਰਿਪਬਲਿਕਨਸ ਤੇ ਸੈਨੇਟਰ ਮਿਚ ਮੈਕੋਨਲ ਨੇ ਇਹ ਸਿਗਨਲ ਕੀਤਾ ਹੈ ਕਿ at least ਦਸੰਬਰ ਤੱਕ ਤਾਂ ਉਹ ਡੈਟ ਸੀਲਿੰਗ ਨੂੰ ਰੇਜ਼ ਕਰਨ ਦੇ ਲਈ ਰਾਜ਼ੀ ਹਨ। ਉਸ ਤੋਂ ਬਾਅਦ ਕੀ ਹੁੰਦਾ ਹੈ ਤੇ ਉਸ ਟਾਈਮ ਤੱਕ ਡੈਮੋਕ੍ਰੈਟਸ ਕੀ ਕਰਦੇ ਹੈ, ਬਿਕੋਜ਼ ਯੈਸ ਉਹਨਾਂ ਦੇ ਕੋਲ ਹੁਣ 2 ਮਹੀਨੇ ਹੋਰ ਹੈਗੇ, ਬਟ ਫਿਰ ਵੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਉਸ ਤਰ੍ਹਾਂ ਦਾ ਕੰਸੈਂਸਸ ਨਹੀਂ ਹੈਗਾ ਜਿਹੜੀ ਉਹਨਾਂ ਨੂੰ ਲੋੜ ਹੈ to move forward with these kind of pieces of legislation, because there are just a couple of senators, Senator Joe Manchin of West Virginia, Senator Sinema of Arizona, ਜੋ ਕਿ ਨਹੀਂ ਬਾਕੀ ਪਾਰਟੀ ਦੇ ਨਾਲ ਅਗਰੀ ਕਰਦੇ ਜਾਂ ਪਾਰਟੀ ਲਾਈਨਸ ਦੇ ਮੁਤਾਬਿਕ ਵੋਟ ਪਾਉਂਦੇ ਹਨ। ਉਹਨਾਂ ਦੇ ਕਰਕੇ ਡੈਮੋਕ੍ਰੈਟਸ they need Republicans
to move forward. So काफ़ी complicated issue है, maybe more political than financial, but in any case the consequences the financial ਤੇ economic ਜ਼ਰੂਰ ਹਨ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਦੇ ਵਿੱਚ ਇੰਪੋਰਟੈਂਟ ਜਾਣਕਾਰੀ ਮਿਲੀ ਹੋਏਗੀ, ਖਾਸ ਕਰਕੇ ਜਿੱਥੇ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਰੀਅਲ ਏਸਟੇਟ ਇਨਵੈਸਟਮੈਂਟ ਜਾਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਥੋੜੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ। ਸਾਡੇ ਲਈ ਜਾਂ ਸਾਡੇ ਗੈਸਟ ਲਈ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਕੋਈ ਕੁਐਸਚਨਸ ਕਮੈਂਟਸ ਕੰਸਰਨ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com aashmeeta@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।